Hello everyone, welcome to this new lecture. This lecture is for 10th class English medium. ਅੱਜ ਦੇ ਲੈਕਚਰ ਦੇ ਵਿੱਚ ਆਪਾਂ ਕਰਾਂਗੇ ਮੈਟਲਸ ਐਂਡ ਨਾਨ ਮੈਟਲਸ ਚੈਪਟਰ ਦੀ ਰਿਵੀਜ਼ਨ ਹੋ ਚੁੱਕੀ ਹੈ, ਯਾਨੀ ਕਿ ਚੈਪਟਰ ਆਪਾਂ ਇੱਕ ਵਾਰ ਰੀਡ ਕਰ ਚੁੱਕੇ ਹਾਂ। ਅੱਗੇ ਆਪਾਂ ਚੈਪਟਰ ਦੇ ਕੁਐਸਚਨ ਆਨਸਰਸ ਕਰਾਂਗੇ। ਪੇਜ ਨੰਬਰ 40 ਦੇ ਉੱਪਰ ਫਸਟ ਕੁਐਸਚਨ ਹੈ, ਗਿਵ ਐਨ ਐਗਜ਼ਾਮਪਲ ਆਫ ਮੈਟਲ ਵਿਚ। ਇਹਦੇ 4 ਪਾਰਟ ਨੇ। ਪਹਿਲਾ ਪਾਰਟ ਹੈ, is a liquid at room temperature, can be easily cut with a knife, is the best conductor of heat, is a poor conductor of heat। ਇਹ ਚਾਰੋਂ ਕੁਐਸਚਨਸ ਨੇ, ਚਾਰੋਂ ਪਾਰਟਸ ਨੇ ਫਸਟ ਕੁਐਸਚਨ ਦੇ। ਫਸਟ ਪਾਰਟ ਜਿਹੜਾ ਹੈਗਾ ਕਿ ਆਪਾਂ ਇੱਦਾਂ ਦੀ ਮੈਟਲ ਦੱਸਣੀ ਹੈ ਜਿਹੜੀ ਲਿਕੁਇਡ ਹੈ ਰੂਮ ਟੈਂਪਰੇਚਰ ਦੇ ਉੱਪਰ। ਤਾਂ ਇੱਦਾਂ ਦੀ ਮੈਟਲ ਮਰਕਰੀ ਹੈ ਜਿਹੜੀ ਰੂਮ ਟੈਂਪਰੇਚਰ ਦੇ ਉੱਪਰ ਲਿਕੁਇਡ ਫਾਰਮ ਦੇ ਵਿੱਚ ਐਗਜ਼ਿਸਟ ਕਰਦੀ ਹੈ, ਬਾਕੀ ਸਾਰੀਆਂ ਸੋਲਿਡ ਫਾਰਮ ਦੇ ਵਿੱਚ ਹੀ ਹੁੰਦੀਆਂ ਨੇ। ਅਗਲਾ ਕੁਐਸਚਨ ਸੀ, ਅਗਲਾ ਪਾਰਟ ਸੀ ਇਹਦਾ, ਈਜ਼ਲੀ ਕੱਟ ਵਿਦ ਨਾਈਫ। ਵੈਸੇ ਆਪਾਂ ਗੱਲ ਕਰੀਏ ਜਿਹੜੀਆਂ ਮੈਟਲਸ ਨੇ ਉਹ ਹਾਰਡ ਹੁੰਦੀਆਂ ਨੇ, ਨਾਈਫ ਦੇ ਨਾਲ ਕੱਟੀਆਂ ਨਹੀਂ ਜਾ ਸਕਦੀਆਂ, ਪਰ ਸੋਡੀਅਮ ਅਤੇ ਪੋਟਾਸ਼ੀਅਮ ਇੱਦਾਂ ਦੀਆਂ 2 ਮੈਟਲਸ ਨੇ ਜਿਹੜੀਆਂ ਨੂੰ ਆਪਾਂ ਈਜ਼ਲੀ ਨਾਈਫ ਦੇ ਨਾਲ ਕੱਟ ਕਰ ਸਕਦੇ ਹਾਂ। ਸੋ ਇਹਦਾ ਆਨਸਰ ਆ ਗਿਆ ਸੋਡੀਅਮ ਐਂਡ ਪੋਟਾਸ਼ੀਅਮ। ਸੀ ਪਾਰਟ ਇਹਦਾ, ਇਜ਼ ਏ ਬੈਸਟ ਕੰਡਕਟਰ ਆਫ ਹੀਟ। ਇੱਦਾਂ ਦੀ ਮੈਟਲ ਦੱਸਣੀ ਹੈ ਜਿਹੜੀ ਕਿ ਬੈਸਟ ਕੰਡਕਟਰ ਹੈ ਹੀਟ ਦੀ। ਤਾਂ ਹੈਗੀ ਆ ਇੱਕ ਮੈਟਲ ਹੀ ਦੱਸਣੀ ਹੈ ਵੈਸੇ ਤਾਂ ਇਹ ਆ ਗਿਆ ਸਿਲਵਰ। ਪੂਅਰ ਕੰਡਕਟਰ ਆਫ ਹੀਟ ਮਰਕਰੀ ਐਂਡ ਲੈਡ। ਠੀਕ ਹੈ, ਤਾਂ ਇਹ ਫਸਟ ਕੁਐਸਚਨ ਦੇ 4 ਪਾਰਟ ਸੀ ਜਿਹੜੇ ਆਪਾਂ ਨੇ ਕੀਤੇ ਨੇ। ਸੈਕੰਡ ਕੁਐਸਚਨ ਹੈ, ਮੈਲੇਬਲ ਅਤੇ ਡਕਟਾਈਲ ਦਾ ਮੀਨਿੰਗ ਕੀ ਹੈ। ਮੈਲੇਬਲ ਕੀ ਹੁੰਦਾ? ਮੈਲੇਬਲ ਹੁੰਦਾ ਸਬਸਟਾਂਸਸ ਦੈਟ ਕੈਨ ਬੀ ਕਨਵਰਟਡ ਇਨਟੂ ਥਿਨ ਸ਼ੀਟਸ। ਮਤਲਬ ਜਿਹੜੇ ਸਬਸਟਾਂਸਸ ਨੂੰ ਆਪਾਂ ਥਿਨ ਸ਼ੀਟਸ ਦੇ ਵਿੱਚ, ਮਤਲਬ ਹੈਮਰ ਦੇ ਨਾਲ ਉਹਨਾਂ 'ਤੇ ਸੱਟ ਲਗਾ ਕੇ ਆਪਾਂ ਉਹਨਾਂ ਨੂੰ ਥਿਨ ਸ਼ੀਟਸ ਦੇ ਵਿੱਚ ਚੇਂਜ ਕਰ ਸਕਦੇ ਹਾਂ। ਉਹਨਾਂ ਨੂੰ ਆਪਾਂ ਮੈਲੇਬਲ ਬੋਲਦੇ ਹਾਂ। ਜਿਹੜੀਆਂ ਮੈਟਲਸ ਨੇ ਮੈਲੇਬਲ ਹੁੰਦੀਆਂ ਨੇ, ਇਹਨਾਂ ਦੀਆਂ ਮਤਲਬ ਕਿ ਸੱਟ ਲਗਾ ਕੇ ਇਹਨਾਂ ਦੇ ਉੱਪਰ ਹੈਮਰ ਦੇ ਨਾਲ ਆਪਾਂ ਇਹਨਾਂ ਦੀਆਂ ਚਾਦਰਾਂ ਬਣਾ ਸਕਦੇ ਹਾਂ। ਦੂਸਰਾ ਹੈਗਾ ਡਕਟਾਈਲ। ਡਕਟਾਈਲ ਹੁੰਦਾ ਅਗਰ ਆਪਾਂ ਮੈਟਲ ਨੂੰ ਖਿੱਚ ਕੇ ਤਾਰਾਂ ਦੀ ਫਾਰਮ 'ਚ ਬਦਲ ਸਕਦੇ ਹੋਈਏ ਤਾਂ ਉਹ ਡਕਟਾਈਲ ਹੁੰਦਾ। ਮਤਲਬ ਡਕਟਾਈਲ ਇੱਕ ਇੱਦਾਂ ਦੀ ਪ੍ਰੋਪਰਟੀ ਹੈ ਜਿਹਦੇ ਨਾਲ ਆਪਾਂ ਕਿਸੇ ਸਬਸਟਾਂਸ ਨੂੰ ਪਤਲੀਆਂ ਵਾਇਰਸ ਦੀ ਫਾਰਮ ਦੇ ਵਿੱਚ ਚੇਂਜ ਕਰ ਸਕਦੇ ਹਾਂ, ਤਾਂ ਉਹਨੂੰ ਆਪਾਂ ਡਕਟਾਈਲ ਬੋਲਦੇ ਹਾਂ। ਪੂਰੇ ਪ੍ਰੋਸੈਸ ਨੂੰ ਆਪਾਂ ਡਕਟਿਲਿਟੀ ਬੋਲ ਦਿੰਦੇ ਹਾਂ, ਅਤੇ ਜਿਹੜੇ ਸਬਸਟਾਂਸ ਇਹ ਪ੍ਰੋਪਰਟੀ ਨੂੰ ਸ਼ੋਅ ਕਰਦੇ ਨੇ ਉਹਨਾਂ ਨੂੰ ਆਪਾਂ ਬੋਲਦੇ ਹਾਂ ਡਕਟਾਈਲ ਸਬਸਟਾਂਸ। ਮੋਸਟ ਜਿਹੜੀ ਮੈਟਲ ਹੈ, ਜਿਹੜੀ ਮੋਸਟ ਮੈਲੇਬਲ ਮੈਟਲ ਹੈ ਉਹ ਹੈਗੀ ਆਪਣੇ ਕੋਲੇ ਗੋਲਡ ਐਂਡ ਸਿਲਵਰ। ਅਤੇ ਜਿਹੜੀ ਡਕਟਾਈਲ ਹੈ, ਮੋਸਟ ਡਕਟਾਈਲ ਮੈਟਲ ਉਹ ਹੈਗੀ ਹੈ ਗੋਲਡ। ਤਾਂ ਗੋਲਡ ਮੈਲੇਬਲ ਵੀ ਹੈ ਐਂਡ ਡਕਟਾਈਲ ਵੀ ਹੈ। ਸੋ ਗੋਲਡ ਜ਼ਿਆਦਾ ਮਤਲਬ ਯੂਜ਼ ਹੁੰਦੀ ਹੈ, ਇਹ ਪ੍ਰੋਪਰਟੀ ਇਹਦੀ ਜ਼ਿਆਦਾ, ਮੈਲੇਬਲ ਵੀ ਜ਼ਿਆਦਾ ਇਹ ਅਤੇ ਡਕਟਾਈਲ ਵੀ ਜ਼ਿਆਦਾ। ਸੋ ਮੈਲੇਬਲ ਹੁੰਦਾ ਅਗਰ ਆਪਾਂ ਕਿਸੇ ਸਬਸਟਾਂਸ ਦੀਆਂ ਚਾਦਰਾਂ ਬਣਾ ਸਕਦੇ ਹੋਈਏ। ਡਕਟਾਈਲ ਹੁੰਦਾ ਅਗਰ ਆਪਾਂ ਕਿਸੇ ਸਬਸਟਾਂਸ ਨੂੰ ਵਾਇਰਸ ਦੀ ਫਾਰਮ ਦੇ ਵਿੱਚ ਚੇਂਜ ਕਰ ਸਕਦੇ ਹੋਈਏ। ਸੋ ਜਿਹੜੀਆਂ ਮੈਟਲਸ ਹੁੰਦੀਆਂ ਨੇ ਇਹ ਮੈਲੇਬਲ ਵੀ ਹੁੰਦੀਆਂ ਨੇ ਅਤੇ ਡਕਟਾਈਲ ਵੀ ਹੁੰਦੀਆਂ ਨੇ। ਅੱਗੇ ਪੇਜ ਨੰਬਰ ਅਗਰ 46 ਦੇਖੋਗੇ ਤਾਂ ਪੇਜ ਨੰਬਰ 46 ਦੇ ਉੱਪਰ ਫਸਟ ਕੁਐਸਚਨ ਹੈ, ਵਾਈ ਇਜ਼ ਸੋਡੀਅਮ ਕਿਪਟ ਇਮਰਸਡ ਇਨ ਕੈਰੋਸੀਨ ਆਇਲ। ਸੋਡੀਅਮ ਨੂੰ ਕੈਰੋਸੀਨ ਆਇਲ ਦੇ ਵਿੱਚ ਜਾਂ ਪੈਰਾਫਿਨ ਵੈਕਸ ਦੇ ਵਿੱਚ ਈਵਨ ਕਿ ਰੱਖਿਆ ਜਾਂਦਾ ਹੈ। ਕਿਉਂ ਰੱਖਿਆ ਜਾਂਦਾ? ਇਹਦਾ ਕੀ ਰੀਜ਼ਨ ਹੈ? ਆਪਾਂ ਨੇ ਪੜ੍ਹਿਆ ਕਿ ਜਿਹੜੀਆਂ ਮੈਟਲਸ ਨੇ, ਖਾਸ ਕਰਕੇ ਸੋਡੀਅਮ ਅਤੇ ਪੋਟਾਸ਼ੀਅਮ ਬਹੁਤ ਜ਼ਿਆਦਾ ਰਿਐਕਟਿਵ ਮੈਟਲਸ ਨੇ। ਈਜ਼ਲੀ ਇਹ ਏਅਰ ਦੇ ਨਾਲ, ਵਾਟਰ ਦੇ ਨਾਲ, ਮੋਇਸਚਰ ਦੇ ਨਾਲ ਰਿਐਕਟ ਕਰ ਸਕਦੀਆਂ ਨੇ, ਅਤੇ ਇਹ ਮਤਲਬ ਕਿ ਰਿਐਕਟ ਕਰਨ ਤੋਂ ਬਾਅਦ ਐਕਸਪਲੋਸਿਵ ਬਣ ਜਾਂਦੀਆਂ ਨੇ। ਮੀਨਸ ਰਿਐਕਟ ਕਰਨ ਤੋਂ ਬਾਅਦ ਜਿਵੇਂ ਸੋਡੀਅਮ ਹੈ, ਸੋਡੀਅਮ ਅਗਰ ਵਾਟਰ ਦੇ ਨਾਲ ਰਿਐਕਟ ਕਰਦਾ ਤਾਂ ਸੋਡੀਅਮ ਹਾਈਡਰੋਕਸਾਈਡ ਦੇਗਾ ਅਤੇ ਨਾਲ ਹਾਈਡਰੋਜਨ ਗੈਸ ਪ੍ਰੋਡਿਊਸ ਹੋਏਗੀ। ਉਹ ਹਾਈਡਰੋਜਨ ਗੈਸ ਜਿਹੜੀ ਹੈਗੀ ਆ ਇੰਨੀ ਜਲਦੀ ਬਾਹਰ ਨਿਕਲਦੀ ਹੈ ਕਿ ਉਹਨੂੰ ਫ੍ਰਿਕਸ਼ਨ ਦਾ ਕਰਕੇ ਹੀ ਉਹਨੂੰ ਅੱਗ ਲੱਗ ਜਾਂਦੀ ਹੈ। ਸੋ ਇਹ ਐਕਸਪਲੋਸਿਵ ਬਣ ਜਾਂਦੀ ਹੈ। ਤਾਂ ਕਰਕੇ ਸੋਡੀਅਮ ਅਤੇ ਪੋਟਾਸ਼ੀਅਮ ਜ਼ਿਆਦਾ ਰਿਐਕਟਿਵ ਹੋਣ ਦੇ ਕਰਕੇ ਇਹਨਾਂ ਨੂੰ ਕੈਰੋਸੀਨ ਆਇਲ ਦੇ ਵਿੱਚ ਜਾਂ ਪੈਰਾਫਿਨ ਵੈਕਸ ਦੇ ਵਿੱਚ ਸਟੋਰ ਕਰਕੇ ਰੱਖਿਆ ਜਾਂਦਾ, ਉੱਦਾਂ ਨਹੀਂ ਰੱਖਿਆ ਜਾਂਦਾ। ਅਗਰ ਆਪਾਂ ਇਹਨੂੰ ਉੱਦਾਂ ਵੀ ਕਿਸੇ ਚੀਜ਼ ਦੇ ਉੱਪਰ ਰੱਖ ਦਾਂਗੇ ਤਾਂ ਏਅਰ ਦੇ ਵਿੱਚ ਮੋਇਸਚਰ ਹੋਏਗਾ, ਮੋਇਸਚਰ ਦੇ ਨਾਲ ਰਿਐਕਟ ਕਰਕੇ ਇਹ ਐਕਸਪਲੋਸਿਵ ਬਣ ਜਾਣੀ ਹੈ, ਮੀਨਸ ਇਹਨੂੰ ਅੱਗ ਲੱਗ ਜਾਣੀ ਹੈ। ਠੀਕ ਹੈ ਜੀ। ਵੈਸੇ ਵੀ ਅਗਰ ਸੋਡੀਅਮ ਨੂੰ ਵਾਟਰ ਦੇ ਕਿਤੇ ਵੀ ਵਾਟਰ ਖੜਾ ਉਹਦੇ ਵਿੱਚ ਸੁੱਟ ਦੋਗੇ ਤਾਂ ਨਾਲ ਦੀ ਨਾਲ ਉਹਨੂੰ ਅੱਗ ਲੱਗ ਜਾਂਦੀ ਹੈ। ਸੋ ਕਾਫੀ ਜ਼ਿਆਦਾ ਡੇਂਜਰਸ ਹੈ ਇਹ ਚੀਜ਼। ਅੱਗੇ ਹੈਗਾ ਇਕੁਏਸ਼ਨਸ ਰਾਈਟ ਕਰਨੀਆਂ ਨੇ ਆਇਰਨ ਦੀ ਸਟੀਮ ਦੇ ਨਾਲ, ਕੈਲਸ਼ੀਅਮ ਐਂਡ ਪੋਟਾਸ਼ੀਅਮ ਦੀ ਵਾਟਰ ਦੇ ਨਾਲ। ਇਹ ਰਿਐਕਸ਼ਨਸ ਜਦੋਂ ਮੈਂ ਚੈਪਟਰ ਪੜ੍ਹਾਇਆ ਸੀ ਤੁਹਾਨੂੰ ਉਦੋਂ ਇਹ ਰਿਐਕਸ਼ਨਸ ਆਪਾਂ ਨੇ ਕੀਤੀਆਂ ਹੋਈਆਂ ਨੇ। ਸੋ ਸੇਮ ਹੀ ਰਿਐਕਸ਼ਨਸ ਨੇ, ਦੁਬਾਰਾ ਕਰ ਲੈਣੀਆਂ ਨੇ। ਬਾਈ ਚਾਂਸ ਫਿਰ ਵੀ ਨਹੀਂ ਪਤਾ ਲੱਗਦਾ ਤਾਂ ਬੁੱਕ ਦੇ ਵਿੱਚ ਇਹ ਰਿਐਕਸ਼ਨਸ ਦਿੱਤੀਆਂ ਹੋਈਆਂ ਨੇ, ਸੋ ਉੱਥੋਂ ਤੁਸੀਂ ਕਰ ਸਕਦੇ ਹੋ ਈਜ਼ਲੀ। ਸੌਖੀਆਂ ਨੇ, ਕੋਈ ਜ਼ਿਆਦਾ ਵੱਡੀ ਗੱਲ ਹੈ ਨਹੀਂ। ਸੋ ਨੈਕਸਟ ਕੁਐਸਚਨ ਹੈ ਆਪਣਾ, ਨੈਕਸਟ ਹੈਗਾ ਇਲੈਕਟ੍ਰੋਨ ਡਾਟ ਸਟਰਕਚਰ। ਸੋਡੀਅਮ, ਮੈਗਨੀਸ਼ੀਅਮ
ਸੋਡੀਅਮ ਆਕਸਾਈਡ ਤੇ ਮੈਗਨੀਸ਼ੀਅਮ ਆਕਸਾਈਡ, ਇਹਨਾਂ ਦੇ ਲਈ ਆਪਾਂ ਜਿਹੜੇ ਇਹ ਸਟਰਕਚਰਸ ਨੇ ਡਾਟ ਸਟਰਕਚਰ ਉਹ ਡਰਾ ਕਰਨੇ ਨੇ। ਪਹਿਲੀ ਗੱਲ ਤਾਂ ਡਾਟ ਸਟਰਕਚਰ ਹੁੰਦਾ ਕੀ ਹੈ, ਲੂਇਸ ਡਾਟ ਸਟਰਕਚਰ ਜਾਂ ਲੂਇਸ ਡਾਟ ਸਿੰਬਲਸ ਹੁੰਦੇ ਕੀ ਨੇ। ਤੁਸੀਂ ਕਿਸੇ ਵੀ ਐਲੀਮੈਂਟ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖਣੀ ਹੁੰਦੀ ਹੈ, ਉਸ ਤੋਂ ਪਹਿਲਾਂ ਤੁਹਾਨੂੰ ਐਲੀਮੈਂਟ ਦਾ ਅਟੋਮਿਕ ਨੰਬਰ ਪਤਾ ਹੋਣਾ ਚਾਹੀਦਾ। ਜਿਵੇਂ ਹਾਈਡਰੋਜਨ ਦਾ ਅਟੋਮਿਕ ਨੰਬਰ 1 ਹੈ, ਇਟ ਮੀਨਸ ਉਹਦੇ ਪਹਿਲੇ ਸ਼ੈਲ ਦੇ ਵਿੱਚ ਇੱਕ ਇਲੈਕਟ੍ਰੋਨ ਹੈ। ਉਹੀ ਇਲੈਕਟ੍ਰੋਨ ਨੂੰ ਆਪਾਂ ਡਾਟ ਲਗਾ ਕੇ ਉਸ ਐਲੀਮੈਂਟ ਦੇ ਉੱਪਰ ਰਾਈਟ ਕਰ ਦਾਂਗੇ, ਲਿਖ ਦਾਂਗੇ, ਤਾਂ ਉਹ ਕੀ ਬਣ ਜਾਏਗਾ, ਉਹਦਾ ਲੂਇਸ ਡਾਟ ਸਟਰਕਚਰ ਜਾਂ ਇਕੱਲਾ ਡਾਟ ਸਟਰਕਚਰ। ਠੀਕ ਹੈ ਜੀ। ਤਾਂ ਡਾਟ ਸਟਰਕਚਰ ਡਰਾ ਕਰਨੇ ਸਾਰੇ ਐਲੀਮੈਂਟਾਂ ਦੇ ਡਰਾ ਕਰ ਸਕਦੇ ਹਾਂ। ਮੈਂ ਤੁਹਾਨੂੰ 20 ਐਲੀਮੈਂਟਸ ਕਰਵਾਏ ਨੇ, ਤਾਂ 20 ਦੇ 20 ਐਲੀਮੈਂਟਾਂ ਦੇ ਇਲੈਕਟ੍ਰੋਨ ਡਾਟ ਸਟਰਕਚਰ ਆਪਾਂ ਡਰਾ ਕਰ ਸਕਦੇ ਹਾਂ। ਜਸਟ ਕਰਨਾ ਕੀ ਹੈ, ਤੁਸੀਂ ਅਟੋਮਿਕ ਨੰਬਰ ਲੱਭੋ ਐਲੀਮੈਂਟ ਦਾ ਕਿੰਨਾ, ਜਾਂ ਜਿਹੜੇ ਮੈਂ ਲਿਖਾਏ ਨੇ ਪੈਟਰਨ ਲਿਖਾਇਆ ਉਹਦੇ ਵਿੱਚ ਦੇਖ ਲਓ ਕਿ ਇਹ ਦਾ ਅਟੋਮਿਕ ਨੰਬਰ ਹੈ ਜੀ। ਅਟੋਮਿਕ ਨੰਬਰ ਤੋਂ ਬਾਅਦ ਉਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖਣ ਦੀ ਕੋਸ਼ਿਸ਼ ਕਰੋ, ਉਹੀ ਜਿਵੇਂ 288 ਆਪਾਂ ਲਿਖਦੇ ਹਾਂ। ਇਹ ਲਿਖਣ ਤੋਂ ਬਾਅਦ ਲਾਸਟ ਸ਼ੈਲ ਦੇ ਵਿੱਚ ਜਿੰਨੇ ਵੀ ਇਲੈਕਟ੍ਰੋਨਸ ਨੇ ਉਹਨਾਂ ਨੂੰ ਐਜ਼ ਏ ਡਾਟ ਉਹ ਐਲੀਮੈਂਟ ਦੇ ਸਿੰਬਲ ਦੇ ਉੱਪਰ ਲਿਖ ਦੇਣਾ ਤੁਸੀਂ, ਉਹ ਕੀ ਬਣ ਜਾਂਦਾ, ਇਲੈਕਟ੍ਰੋਨ ਡਾਟ ਸਟਰਕਚਰ ਆਫ ਦੈਟ ਐਲੀਮੈਂਟ। ਤਾਂ ਚਾਹੇ ਸੋਡੀਅਮ ਦਾ, ਅਗਰ ਸੋਡੀਅਮ ਦਾ ਡਰਾ ਕਰਨਾ Na ਦੇ ਉੱਪਰ ਇੱਕ ਡਾਟ ਲੱਗ ਜਾਏਗਾ। ਅਗਰ ਮੈਗਨੀਸ਼ੀਅਮ ਦਾ ਡਰਾ ਕਰਨਾ, ਮੈਗਨੀਸ਼ੀਅਮ ਦੇ ਉੱਪਰ Mg ਦੇ ਉੱਪਰ 2 ਡਾਟਸ ਲੱਗ ਜਾਣਗੇ। ਆਕਸੀਜਨ ਦਾ ਕਰਨਾ ਤਾਂ ਆਕਸੀਜਨ ਦੇ ਉੱਪਰ 8 ਡਾਟਸ ਲੱਗ ਜਾਣਗੇ। ਅਗਰ ਤੁਸੀਂ ਨਾਈਟ੍ਰੋਜਨ ਦਾ ਕਰਦੇ ਹੋ ਤਾਂ 5 ਡਾਟਸ ਲੱਗ ਜਾਣਗੇ। ਤਾਂ ਇੱਦਾਂ ਤੁਸੀਂ 20 ਐਲੀਮੈਂਟਸ ਦੇ ਡਾਟ ਸਟਰਕਚਰ ਡਰਾ ਕਰਨੇ ਨੇ। ਇਹ ਤਾਂ ਸਿਰਫ ਕੁਐਸਚਨ ਦੇ ਵਿੱਚ 2 ਹੀ ਦਿੱਤੇ ਹੋਏ ਨੇ, ਪਰ ਤੁਸੀਂ 20 ਦੇ 20 ਹੀ ਡਰਾ ਕਰਕੇ 20 ਦੇ 20 ਹੀ ਡਰਾ ਕਰਕੇ ਦੇਖ ਸਕਦੇ ਹੋ। ਬਹੁਤ ਸੌਖਾ ਹੈ, ਕੋਈ ਜ਼ਿਆਦਾ ਔਖੀ ਗੱਲ ਨਹੀਂ ਹੈ, ਬਹੁਤ ਸਿੰਪਲ ਹੈ। ਇਲੈਕਟ੍ਰੋਨ ਡਾਟ ਸਟਰਕਚਰ ਤੁਸੀਂ ਡਰਾ ਕਰਨੇ ਨੇ। ਇੱਕ ਵਾਰੀ ਇਲੈਕਟ੍ਰੋਨ ਡਾਟ ਸਟਰਕਚਰ ਡਰਾ ਕਰਕੇ ਵੇਖਣੇ ਨੇ। ਫਿਰ ਇਹਦੇ ਵਿੱਚ ਜਿਵੇਂ ਸੋਡੀਅਮ ਆਕਸਾਈਡ ਤੇ ਮੈਗਨੀਸ਼ੀਅਮ ਆਕਸਾਈਡ ਦਾ ਇਹਨਾਂ ਨੇ ਕਿਹਾ ਕਿ ਸਟਰਕਚਰ ਡਰਾ ਕਰੋ, ਉਹ ਆਪਾਂ ਬਾਅਦ ਦੇ ਵਿੱਚ ਕਰਾਂਗੇ। ਫਸਟਲੀ ਤੁਹਾਨੂੰ ਇਲੈਕਟ੍ਰੋਨ ਡਾਟ ਸਟਰਕਚਰ ਆਉਣੇ ਚਾਹੀਦੇ ਨੇ। ਅਗਰ ਫਿਰ ਵੀ ਨਾ ਪਤਾ ਲੱਗਿਆ ਤਾਂ ਮੈਂ ਤੁਹਾਨੂੰ ਦੁਬਾਰਾ ਕਰਵਾ ਦਾਂਗਾ, ਬਟ ਇਹ ਕੁਐਸਚਨ ਵਿੱਚ ਆ ਗਿਆ ਸੀ, ਸੋ ਤਾਂ ਕਰਕੇ ਇੱਕ ਵਾਰ ਦੱਸਣਾ ਜ਼ਰੂਰੀ ਹੈ। ਇੱਕ ਵਾਰ ਇਲੈਕਟ੍ਰੋਨ ਡਾਟ ਸਟਰਕਚਰ ਕਰਕੇ ਦੇਖ ਲਓ। ਨੈਕਸਟ ਕੁਐਸਚਨ ਹੈ ਇਹੀ ਪੇਜ ਦਾ, ਆਇਨਿਕ ਕੰਪਾਊਂਡਸ ਹੈਵ ਹਾਈ ਬੋਇਲਿੰਗ ਪੁਆਇੰਟ, ਮੈਲਟਿੰਗ ਪੁਆਇੰਟ, ਵਾਈ। ਦੇਖੋ 2 ਤਰ੍ਹਾਂ ਦੇ ਕੰਪਾਊਂਡਸ ਐਗਜ਼ਿਸਟ ਕਰਦੇ ਨੇ, ਕੋਵਲੈਂਟ ਤੇ ਆਇਨਿਕ। ਨੇਚਰ ਦੇ ਵਿੱਚ ਸਿਰਫ 2 ਤਰ੍ਹਾਂ ਦੇ ਕੰਪਾਊਂਡਸ ਨੇ, ਕੋਵਲੈਂਟ ਔਰ ਆਇਨਿਕ। ਕੋਵਲੈਂਟ ਬੌਂਡ ਹੁੰਦੇ ਨੇ, ਕੋਵਲੈਂਟ ਕੰਪਾਊਂਡਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੋਵਲੈਂਟ ਬੌਂਡ ਐਗਜ਼ਿਸਟ ਕਰਦਾ ਹੈ। ਆਇਨਿਕ ਹੁੰਦੇ ਨੇ ਜਿਨ੍ਹਾਂ ਵਿੱਚ ਆਇਨਿਕ ਬੌਂਡ ਐਗਜ਼ਿਸਟ ਕਰਦਾ ਹੈ। ਕੋਵਲੈਂਟ ਬੌਂਡ ਕੀ ਹੁੰਦਾ ਹੈ, ਦੇਖੋ ਸਾਰੀ ਗੱਲ ਮੈਂ ਬੇਸਿਕ ਤੋਂ ਲੈ ਕੇ ਚੱਲਦਾ। ਜਿਹੜੇ ਐਟਮਸ ਨੇ, ਐਟਮਸ ਇੱਕ ਦੂਸਰੇ ਨਾਲ ਜੁੜਦੇ ਰਹਿੰਦੇ ਨੇ। ਜਿਹੜੇ ਐਟਮਸ ਦਾ ਜੁੜਨਾ ਇੱਕ ਦੂਸਰੇ ਨਾਲ ਉਹ 2 ਵੇਜ਼ ਦਾ ਹੋ ਸਕਦਾ। ਪਹਿਲਾ ਵੇ ਹੈ ਕਿ ਉਹਨਾਂ ਦੇ ਇਲੈਕਟ੍ਰੋਨ ਆਪਸ ਵਿੱਚ ਸਾਂਝੇ ਪਾ ਕੇ ਉਹ ਆਪਸ ਵਿੱਚ ਜੁੜਨ। ਦੂਸਰਾ ਹੈਗਾ ਇੱਕ ਐਟਮ ਇਲੈਕਟ੍ਰੋਨ ਲੂਜ਼ ਕਰ ਦੇ, ਦੂਸਰਾ ਐਟਮ ਇਲੈਕਟ੍ਰੋਨ ਐਕਸੈਪਟ ਕਰ ਲੇ, ਫਿਰ ਉਹ ਆਪਸ ਵਿੱਚ ਜੁੜ ਜਾਣ। ਤਾਂ ਇਹ 2 ਮਤਲਬ ਕਿ ਵੇ ਬਣਦੇ ਨੇ, 2 ਮੈਥਡਸ ਨੇ ਉਹਨਾਂ ਦੇ ਜੁੜਨ ਦੇ ਲਈ। ਫਸਟ ਮੈਥਡ ਦੇ ਵਿੱਚ ਅਗਰ ਆਪਾਂ ਨੇ ਫਸਟ ਮੈਥਡ ਦੀ ਗੱਲ ਕਰਨੀ ਹੈ, ਫਸਟ ਮੈਥਡ ਦੇ ਵਿੱਚ ਆਪਾਂ ਨੇ ਕਿਹਾ ਕਿ ਜਿਹੜੇ ਐਟਮਸ ਆਪਸ ਵਿੱਚ ਜੁੜ ਰਹੇ ਨੇ ਉਹਨਾਂ ਦੇ ਵਿੱਚ ਇਲੈਕਟ੍ਰੋਨ ਸ਼ੇਅਰ ਹੋ ਰਹੇ ਨੇ, ਇਕੁਅਲੀ ਇਲੈਕਟ੍ਰੋਨ ਦੋਨੋਂ ਐਟਮ ਸ਼ੇਅਰ ਕਰ ਰਹੇ ਨੇ, ਤਾਂ ਉਹ ਹੁੰਦਾ ਕੋਵਲੈਂਟ ਬੌਂਡ। ਮੀਨਸ ਅਗਰ ਇਲੈਕਟ੍ਰੋਨਾਂ ਦੀ ਸ਼ੇਅਰਿੰਗ ਕਰਕੇ ਬੌਂਡ ਬਣਦਾ, ਦੈਟ ਇਜ਼ ਕੋਵਲੈਂਟ ਬੌਂਡ। ਅਤੇ ਜਿੰਨਾ ਕੰਪਾਊਂਡਸ ਦੇ ਵਿੱਚ ਕੋਵਲੈਂਟ ਬੌਂਡ ਐਗਜ਼ਿਸਟ ਕਰਦਾ ਉਹਨੂੰ ਆਪਾਂ ਬੋਲਦੇ ਹਾਂ ਕੋਵਲੈਂਟ ਕੰਪਾਊਂਡਸ। ਠੀਕ ਹੈ ਜੀ। ਆਇਨਿਕ ਬੌਂਡ ਕੀ ਹੁੰਦਾ, ਅਗਰ ਇਲੈਕਟ੍ਰੋਨਾਂ ਦੀ ਟਰਾਂਸਫਰੈਂਸ ਕਰਕੇ ਬੌਂਡ ਬਣਦਾ, ਮੀਨਸ ਇੱਕ ਐਟਮ ਇਲੈਕਟ੍ਰੋਨ ਛੱਡ ਦਿੰਦਾ ਹੈ, ਦੂਸਰਾ ਐਕਸੈਪਟ ਕਰ ਲੈਂਦਾ, ਫਿਰ ਦੋਨਾਂ ਦੇ ਵਿੱਚ ਬੌਂਡਿੰਗ ਹੁੰਦੀ ਹੈ, ਜੁੜਦੇ ਨੇ ਦੋਨੇ ਆਪਸ ਵਿੱਚ। ਤਾਂ ਇਸ ਤਰ੍ਹਾਂ ਦੀ ਬੌਂਡਿੰਗ ਹੁੰਦੀ ਹੈ ਜਿਹੜੀ ਉਹ ਆਇਨਿਕ ਬੌਂਡਿੰਗ ਹੈ। ਅਤੇ ਜਿਹੜੇ ਕੰਪਾਊਂਡਸ ਦੇ ਵਿੱਚ ਆਇਨਿਕ ਬੌਂਡ ਐਗਜ਼ਿਸਟ ਕਰਦਾ ਉਹਨਾਂ ਕੰਪਾਊਂਡਸ ਦਾ ਨਾਮ ਆਪਾਂ ਰੱਖਦੇ ਹਾਂ ਆਇਨਿਕ ਕੰਪਾਊਂਡਸ। ਇਟ ਮੀਨਸ 2 ਤਰ੍ਹਾਂ ਦੇ ਕੰਪਾਊਂਡਸ ਹੋ ਗਏ, ਕੋਵਲੈਂਟ ਅਤੇ ਆਇਨਿਕ। ਦੋਨਾਂ ਦੇ ਵਿੱਚੋਂ ਅਗਰ ਦੇਖਿਆ ਜਾਵੇ ਤਾਂ ਜਿਹੜੇ ਆਇਨਿਕ ਕੰਪਾਊਂਡਸ ਹੁੰਦੇ ਨੇ ਉਹਨਾਂ ਦਾ ਮੈਲਟਿੰਗ ਅਤੇ ਬੋਇਲਿੰਗ ਪੁਆਇੰਟ ਜ਼ਿਆਦਾ ਹੁੰਦਾ। ਮੀਨਸ ਉਹ ਜ਼ਿਆਦਾ ਸਖਤ ਨੇ। ਜ਼ਿਆਦਾ ਸਖਤ ਕਿਉਂ ਨੇ, ਇਹਦਾ ਰੀਜ਼ਨ ਕੀ ਹੈ, ਦੋਨੋਂ ਤਰ੍ਹਾਂ ਦੇ ਬੌਂਡਸ ਦੇ ਵਿੱਚੋਂ ਜਿਹੜਾ ਆਇਨਿਕ ਬੌਂਡ ਆ ਉਹ ਸਟਰੋਂਗ ਬੌਂਡ ਹੈ। ਇਟ ਮੀਨਸ ਦੁਨੀਆ ਦੇ ਵਿੱਚ ਜਿਹੜਾ ਸਾਰਿਆਂ ਨਾਲੋਂ ਸਟਰੋਂਗੈਸਟ ਬੌਂਡ ਹੈ ਉਹ ਕੀ ਹੈ, ਆਇਨਿਕ ਬੌਂਡ। ਤਾਂ ਜਿੰਨੇ ਕੰਪਾਊਂਡਸ ਦੇ ਵਿੱਚ ਜਿੱਥੇ ਵੀ ਕਿਤੇ ਆਇਨਿਕ ਬੌਂਡ ਐਗਜ਼ਿਸਟ ਕਰੇਗਾ ਉਹ ਚੀਜ਼ ਸਖਤ ਹੋਏਗੀ। ਜੇ ਸਖਤ ਚੀਜ਼ ਉਹਨੂੰ ਮੈਲਟ ਅਤੇ ਬੋਇਲ ਕਰਨਾ ਵੀ ਔਖਾ ਹੈ, ਜ਼ਿਆਦਾ એનર્ਜੀ ਆਪਾਂ ਨੂੰ ਪ੍ਰੋਵਾਈਡ ਕਰਨੀ ਪਏਗੀ, ਜ਼ਿਆਦਾ ਆਪਾਂ ਨੂੰ ਹੀਟ ਕਰਨਾ ਪਏਗਾ। ਨੈਕਸਟ ਕੁਐਸਚਨ ਹੈ ਪੇਜ ਨੰਬਰ 53 ਦਾ, ਮਿਨਰਲ ਓਰ ਐਂਡ ਗੈਂਗ ਪਾਰਟੀਕਲਸ। ਕੀ ਹੁੰਦੇ ਨੇ ਇਹ ਮਿਨਰਲ ਓਰ ਅਤੇ ਗੈਂਗ? ਦੇਖੋ ਜਿਹੜੀ ਵੀ ਕੋਈ ਵੀ ਮੈਟਲ ਹੈ ਉਹ ਅਰਥ ਦੀ ਪੇਪੜੀ ਦੇ ਵਿੱਚੋਂ ਕੱਢਿਆ ਜਾਂਦਾ, ਪਰ ਅਗਰ ਆਪਾਂ ਦੇਖੀਏ ਮੈਟਲਸ ਨੇ ਜਿਹੜੀਆਂ ਉਹ ਜ਼ਿਆਦਾ ਰਿਐਕਟਿਵ ਹੁੰਦੀਆਂ ਨੇ, ਤਾਂ ਅਰਥ ਦੇ ਵਿੱਚੋਂ ਜਿਹੜੀ ਮੈਟਲ ਕੱਢੀ ਜਾਂਦੀ ਹੈ ਉਹ ਪਿਓਰ ਨਹੀਂ ਹੁੰਦੀ, ਉਹ ਇੰਪਿਓਰ ਹੁੰਦੀ ਹੈ। ਠੀਕ ਹੈ ਜੀ। ਅਰਥ ਦੇ ਵਿੱਚੋਂ ਕੋਈ ਵੀ ਮੈਟਲ, ਜਿਵੇਂ ਫੋਰ ਐਗਜ਼ਾਮਪਲ ਆਪਾਂ ਆਇਰਨ ਐਕਸਟਰੈਕਟ ਕਰਨੀ ਹੈ, ਜੋ ਕਾਪਰ ਕਰਨਾ ਜਾਂ ਨਿਕਲ ਕੱਢਣਾ ਹੈ, ਤਾਂ ਉਹ ਪਿਓਰੈਸਟ ਸਟੇਟ ਦੇ ਵਿੱਚ ਨਹੀਂ ਹੋਏਗੀ ਫਸਟਲੀ, ਕਿਉਂਕਿ ਮੈਟਲਸ ਜਿਹੜੀਆਂ ਹੈਗੀਆਂ ਨੇ ਰਿਐਕਟਿਵ ਨੇ। ਈਜ਼ਲੀ ਉਹ ਸਲਫਰ ਦੇ ਨਾਲ, ਆਕਸੀਜਨ ਦੇ ਨਾਲ, ਹਾਈਡਰੋ ਆਕਸਾਈਡ ਦੇ ਨਾਲ, ਕਾਰਬੋਨੇਟ ਦੇ ਨਾਲ, ਬਾਈਕਾਰਬੋਨੇਟ ਦੇ ਨਾਲ ਈਜ਼ਲੀ ਉਹ ਰਿਐਕਟ ਕੀਤੀਆਂ ਹੋਣਗੀਆਂ। ਸੋ
ਮੈਟਲ ਪਿਓਰ ਸਟੇਟ ਦੇ ਵਿੱਚ ਅਰਥ ਦੇ ਵਿੱਚੋਂ ਆਪਾਂ ਧਰਤੀ ਦੇ ਵਿੱਚੋਂ ਆਪਾਂ ਨਹੀਂ ਕੱਢ ਸਕਦੇ। ਇੰਪਿਓਰ ਹੋਏਗੀ ਫਿਰ ਆਪਾਂ ਉਹਨੂੰ ਬਾਅਦ ਚ ਪਿਓਰ ਕਰਾਂਗੇ। ਠੀਕ ਹੈ, ਇੰਪਿਓਰ ਮੈਟਲ ਤੋਂ ਪਿਓਰ ਕਰਨ ਨੂੰ ਆਪਾਂ ਬੋਲਦੇ ਹਾਂ ਮੈਟਲਰਜੀ। ਠੀਕ ਹੈ ਜੀ, ਆਪਾਂ ਮੈਟਲ ਨੂੰ ਇੰਪਿਓਰ ਤੋਂ ਪਿਓਰ ਕਰਨਾ ਨੂੰ ਆਪਾਂ ਪ੍ਰੋਸੈਸ ਨੂੰ ਆਪਾਂ ਬੋਲਦੇ ਹਾਂ ਮੈਟਲਰਜੀ। ਤਾਂ ਉਹਦੇ ਨਾਲ ਰਿਲੇਟਡ ਤਿੰਨ ਚੀਜ਼ਾਂ ਨੇ, ਮਿਨਰਲ, ਓਰ ਐਂਡ ਗੈਂਗ। ਮਿਨਰਲ ਕੀ ਹੁੰਦਾ, ਓਰ ਕੀ ਹੁੰਦਾ, ਗੈਂਗ ਕੀ ਹੁੰਦਾ। ਦੇਖੋ ਅਰਥ ਦੇ ਵਿੱਚੋਂ ਮੰਨ ਲਓ ਆਪਣੇ ਕੋਲ ਆਇਰਨ ਹੈ, ਆਇਰਨ ਅਰਥ ਦੇ ਵਿੱਚੋਂ ਕਈ ਫਾਰਮਸ ਦੇ ਵਿੱਚ ਮਿਲ ਸਕਦਾ ਹੈ, ਚਾਹੇ ਉਹ ਆਕਸਾਈਡ ਫਾਰਮ 'ਚ ਹੋ ਸਕਦਾ ਹੈ, ਚਾਹੇ ਉਹ ਸਲਫਾਈਡ ਫਾਰਮ 'ਚ ਹੋ ਸਕਦਾ ਹੈ, ਜਾਂ ਉਹ ਕਾਰਬੋਨੇਟ ਫਾਰਮ 'ਚ ਹੋ ਸਕਦਾ, ਕਿਸੇ ਵੀ ਫਾਰਮ 'ਚ ਸਲਫੇਟ ਜਿਵੇਂ ਵੀ ਐਗਜ਼ਿਸਟ ਕਰ ਸਕਦਾ। ਮੀਨਸ ਕਾਫੀ ਸਾਰੀਆਂ ਫਾਰਮਸ ਦੇ ਵਿੱਚ ਉਹ ਐਗਜ਼ਿਸਟ ਕਰਦਾ। ਆਇਰਨ ਦੀ ਆਪਾਂ ਗੱਲ ਕੀਤੀ, ਆਇਰਨ ਕਾਫੀ ਸਾਰੀਆਂ ਫਾਰਮਸ 'ਚ ਐਗਜ਼ਿਸਟ ਕਰਦਾ ਅਰਥ ਦੇ ਵਿੱਚ। ਉਹ ਸਾਰੀਆਂ ਫਾਰਮਸ ਨੂੰ ਆਪਾਂ ਬੋਲਦੇ ਹਾਂ ਮਿਨਰਲ। ਕੋਈ ਵੀ ਐਲੀਮੈਂਟ, ਕੋਈ ਵੀ ਮੈਟਲ ਜਿੰਨੀਆਂ ਵੀ ਫਾਰਮਸ ਦੇ ਵਿੱਚ ਅਰਥ ਦੇ ਵਿੱਚ ਐਗਜ਼ਿਸਟ ਕਰਦੇ ਉਹਨੂੰ ਆਪਾਂ ਬੋਲਦੇ ਹਾਂ ਮਿਨਰਲਸ। ਅੱਛਾ, ਉਹਨਾਂ ਹੀ ਫਾਰਮਸ ਦੇ ਵਿੱਚੋਂ ਕਿਸੇ ਇੱਕ ਫਾਰਮ ਨੂੰ ਆਪਾਂ ਲੈ ਕੇ ਚੱਲਦੇ ਹਾਂ ਅਤੇ ਉਹਦੇ ਵਿੱਚੋਂ ਉਹ ਐਲੀਮੈਂਟ ਨੂੰ ਆਪਾਂ ਪਿਓਰ ਕਰਦੇ ਹਾਂ। ਠੀਕ ਹੈ ਜੀ, ਮੰਨ ਲਓ ਆਪਣੇ ਕੋਲੇ ਆਇਰਨ ਦੀਆਂ 4 ਫਾਰਮਸ ਨੇ, ਉਹਨਾਂ 'ਚੋਂ ਮੈਂ ਇੱਕ ਫਾਰਮ ਨੂੰ ਯੂਜ਼ ਕੀਤਾ। ਕਿਉਂ ਯੂਜ਼ ਕੀਤਾ? ਕਿਉਂਕਿ ਉਹੀ ਫਾਰਮ ਦੇ ਵਿੱਚੋਂ ਉਹ ਐਲੀਮੈਂਟ ਨੂੰ, ਆਇਰਨ ਨੂੰ ਐਕਸਟਰੈਕਟ ਕਰਨਾ ਸੌਖਾ ਵੀ ਸੀ ਮੇਰੇ ਲਈ ਅਤੇ ਸਸਤਾ ਵੀ ਸੀ। ਤਾਂ ਉਹ ਇੱਕ ਫਾਰਮ ਨੂੰ ਆਪਾਂ ਬੋਲ ਦਿੰਦੇ ਹਾਂ ਓਰ। ਠੀਕ ਹੈ ਜੀ, ਮੈਟਲ ਕਾਫੀ ਸਾਰੀਆਂ ਫਾਰਮ 'ਚ ਐਗਜ਼ਿਸਟ ਕਰਦੀ ਹੈ ਧਰਤੀ ਦੇ ਵਿੱਚ, ਉਹਨਾਂ ਸਾਰੀਆਂ ਫਾਰਮਸ ਨੂੰ ਆਪਾਂ ਬੋਲਦੇ ਹਾਂ ਮਿਨਰਲਸ। ਉਹਨਾਂ 'ਚੋਂ ਕਿਸੇ ਇੱਕ ਫਾਰਮ ਨੂੰ ਅੱਗੇ ਆਪਾਂ ਲੈ ਕੇ ਚੱਲਦੇ ਹਾਂ ਮੈਟਲ ਨੂੰ ਪਿਓਰ ਕਰਨ ਦੇ ਲਈ, ਕਿਉਂਕਿ ਉਹ 'ਚੋਂ ਪਿਓਰ ਕਰਨਾ ਸਸਤਾ ਅਤੇ ਸੌਖਾ ਹੈ। ਤਾਂ ਉਹ ਫਾਰਮ ਨੂੰ ਆਪਾਂ ਕੀ ਬੋਲ ਦਿੰਦੇ ਹਾਂ ਅੱਗੇ ਓਰ। ਠੀਕ ਹੈ ਜੀ, ਅੱਗੇ ਆ ਗਿਆ ਗੈਂਗ ਪਾਰਟੀਕਲਸ ਔਰ ਮੈਟ੍ਰਿਕਸ। ਗੈਂਗ ਔਰ ਮੈਟ੍ਰਿਕਸ ਇਹਦੇ ਬੇਸਿਸ 'ਤੇ ਡੈਫੀਨੇਸ਼ਨਸ ਆਉਂਦੀਆਂ ਨੇ। ਓਰ ਆਪਣੀ ਜਿਹੜੀ ਹੈਗੀ ਆ, ਓਰ ਦੇ ਨਾਲ ਇੰਪਿਊਰਿਟੀਜ਼ ਆ ਜਾਂਦੀਆਂ ਨੇ। ਇੱਕ ਤਾਂ ਓਰ ਹੈ, ਓਰ ਦੇ ਨਾਲ ਇੰਪਿਊਰਿਟੀਜ਼ ਵੀ ਨਾਲ ਆ ਜਾਂਦੀਆਂ ਜਦੋਂ ਆਪਾਂ ਧਰਤੀ ਦੇ ਵਿੱਚੋਂ ਮੈਟਲ ਨੂੰ ਕੱਢਦੇ ਹਾਂ। ਜਿਹੜੀਆਂ ਓਰ ਦੇ ਵਿੱਚ ਇੰਪਿਊਰਿਟੀਜ਼ ਹੁੰਦੀਆਂ ਨੇ ਉਹਨੂੰ ਆਪਾਂ ਬੋਲਦੇ ਹਾਂ ਗੈਂਗ ਪਾਰਟੀਕਲਸ ਔਰ ਮੈਟ੍ਰਿਕਸ ਪਾਰਟੀਕਲਸ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ, ਨੇਮ 2 ਮੈਟਲਸ ਵਿਚ ਆਰ ਫਾਊਂਡ ਇਨ ਨੇਚਰ ਇਨ ਫ੍ਰੀ ਸਟੇਟ। ਵੈਸੇ ਮੈਂ ਹੁਣੀ ਗੱਲ ਕੀਤੀ ਹੈ ਕਿ ਜਿਹੜੀਆਂ ਮੈਟਲਸ ਨੇ ਉਹ ਜ਼ਿਆਦਾ ਰਿਐਕਟਿਵ ਨੇ। ਕੋਈ ਵੀ ਮੈਟਲ ਜਿਹੜੀ ਹੈਗੀ ਆ ਫ੍ਰੀ ਸਟੇਟ ਦੇ ਵਿੱਚ ਐਗਜ਼ਿਸਟ ਨਹੀਂ ਕਰਦੀ, ਕੰਬਾਈਨਡ ਸਟੇਟ ਦੇ ਵਿੱਚ ਹੀ ਐਗਜ਼ਿਸਟ ਕਰਦੀਆਂ ਨੇ। ਕੰਬਾਈਨਡ ਦਾ ਮੀਨਿੰਗ ਹੈ ਕਿ ਉਹ ਆਕਸੀਜਨ ਨਾਲ ਰਿਐਕਟ ਕੀਤੀ ਹੋਏਗੀ, ਜਾਂ ਆਪਣੇ ਕੋਲੇ ਕਾਰਬਨ ਡਾਈਆਕਸਾਈਡ ਦੇ ਨਾਲ ਰਿਐਕਟ ਕੀਤੀ ਹੋਏਗੀ, ਵਾਟਰ ਦੇ ਨਾਲ ਰਿਐਕਟ ਕੀਤੀ ਹੋਏਗੀ, ਸਲਫਰ ਦੇ ਨਾਲ ਰਿਐਕਟ ਕੀਤੀ ਗਈ ਹੋਏਗੀ, ਹੈ ਨਾ। ਤਾਂ ਇੱਦਾਂ ਕਰਕੇ, ਬਟ ਇੱਦਾਂ ਦੀਆਂ 2 ਮੈਟਲਸ ਵੀ ਹੈਗੀਆਂ ਨੇ, 2 ਨਹੀਂ ਜ਼ਿਆਦਾ ਨੇ, 2 ਨਹੀਂ ਜ਼ਿਆਦਾ ਮੈਟਲਸ ਐਗਜ਼ਿਸਟ ਕਰਦੀਆਂ ਨੇ ਜਿਹੜੀਆਂ ਫ੍ਰੀ ਸਟੇਟ ਦੇ ਵਿੱਚ ਐਗਜ਼ਿਸਟ ਕਰਦੀਆਂ ਨੇ, ਖਾਸ ਕਰਕੇ ਗੋਲਡ। ਠੀਕ ਹੈ ਜੀ, ਗੋਲਡ ਅਗਰ ਆਪਾਂ ਧਰਤੀ ਦੇ ਵਿੱਚੋਂ ਕੱਢਣਾ ਚਾਹੀਏ ਤਾਂ ਆਲਮੋਸਟ ਪਿਓਰੈਸਟ ਸਟੇਟ ਦੇ ਵਿੱਚ ਹੀ ਮਿਲਦਾ ਆਪਾਂ ਨੂੰ। ਸਿਲਵਰ, ਪਲਾਟੀਨਮ ਅਤੇ ਕਾਪਰ, ਇਹ ਸਾਰੇ ਲਗਭਗ ਸਾਰੇ ਇਹ ਅਪਰੋਕਸੀਮੇਟਲੀ ਇਹ ਫ੍ਰੀ ਸਟੇਟ ਦੇ ਵਿੱਚ ਹੀ ਐਗਜ਼ਿਸਟ ਕਰਦੇ ਨੇ। ਬਾਕੀ ਜਿਹੜੇ ਮੈਟਲਸ ਨੇ ਉਹ ਕੰਬਾਈਨਡ ਸਟੇਟ ਦੇ ਵਿੱਚ ਐਗਜ਼ਿਸਟ ਕਰਦੀਆਂ ਨੇ। ਠੀਕ ਹੈ ਜੀ, ਨੈਕਸਟ ਹੈ ਪੇਜ ਨੰਬਰ 55 ਤੇ ਕੁਐਸਚਨ ਹੈ, ਮੈਟੈਲਿਕ ਆਕਸਾਈਡਸ ਆਫ ਜ਼ਿੰਕ, ਮੈਗਨੀਸ਼ੀਅਮ ਐਂਡ ਕਾਪਰ ਵਰ ਹੀਟਡ ਵਿਦ ਦ ਫੋਲੋਇੰਗ ਮੈਟਲਸ। ਇਹ ਮੈਂ ਤੁਹਾਨੂੰ ਪੇਜ ਸੈਂਡ ਕਰ ਦਾਂਗਾ, ਉੱਥੋਂ ਦੇਖ ਕੇ ਤੁਸੀਂ ਲਿਖ ਸਕਦੇ ਹੋ। ਈਜ਼ੀ ਹੈ ਕੁਐਸਚਨ, ਸੌਖਾ ਹੈ ਬਹੁਤ ਜ਼ਿਆਦਾ। ਅਗਲਾ ਕੁਐਸਚਨ ਹੈ, ਵਿਚ ਮੈਟਲ ਡੂ ਨਾਟ ਕਰੋਡ ਈਜ਼ਲੀ। ਜਿਹੜੀਆਂ ਮੈਟਲਸ ਨੇ ਉਹਨਾਂ ਦਾ ਕਰੋਜ਼ਨ ਹੋ ਜਾਂਦਾ, ਮੀਨਸ ਅਗਰ ਉਹ ਇੱਦਾਂ ਹੀ ਆਪਾਂ ਰੱਖ ਦਈਏ, ਉਹਨਾਂ 'ਤੇ ਪਾਣੀ ਪੈ ਜਾਏਗਾ ਜਾਂ ਮਿੱਟੀ ਦੇ ਵਿੱਚ ਥੋੜ੍ਹੀਆਂ ਬਹੁਤ ਲੱਗ ਜਾਣਗੀਆਂ ਤਾਂ ਉਹ ਕਰੋਡ ਹੋਣ ਲੱਗ ਜਾਣਗੀਆਂ। ਮੀਨਸ ਉਹਨਾਂ ਦੇ ਉੱਪਰਲੀ ਜਿਹੜੀ ਪਰਤ ਹੈ ਉਹ ਲੈਣ ਲੱਗ ਜਾਏਗੀ। ਠੀਕ ਹੈ, ਪਰ ਇੱਦਾਂ ਦੀਆਂ ਮੈਟਲਸ ਵੀ ਹੈਗੀਆਂ ਨੇ ਜਿਹੜੀਆਂ ਕਰੋਡ ਨਹੀਂ ਹੁੰਦੀਆਂ, ਜਿਨ੍ਹਾਂ ਦਾ ਕਰੋਜ਼ਨ ਨਹੀਂ ਹੁੰਦਾ, ਜਿਨ੍ਹਾਂ ਦਾ ਖੋਰਨ ਨਹੀਂ ਹੁੰਦਾ। ਤਾਂ ਉਹ ਹੈਗੀਆਂ ਨੇ ਗੋਲਡ, ਸਿਲਵਰ, ਪਲਾਟੀਨਮ ਅਤੇ ਕਾਪਰ। ਠੀਕ ਹੈ ਜੀ, ਇਹ ਇੱਦਾਂ ਦੀਆਂ ਮੈਟਲਸ ਨੇ ਜਿਨ੍ਹਾਂ ਨੂੰ ਮਤਲਬ ਕਿ ਕਰੋਜ਼ਨ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ, ਕਰੋਜ਼ਨ ਨਹੀਂ ਹੋਏਗਾ ਇਹਨਾਂ ਦਾ। ਠੀਕ ਹੈ, ਇਹਨਾਂ ਦੀ ਉੱਪਰਲੀ ਪਰਤ ਨਹੀਂ ਲਏਗੀ ਸੌਰੀ। ਨੈਕਸਟ ਹੈ, ਵਾਟ ਆਰ ਅਲੋਇਜ਼। ਅਲੋਇਜ਼ ਕੀ ਹੁੰਦੇ ਨੇ ਉਹ ਆਪਾਂ ਕਰਦੇ ਹਾਂ। ਦੇਖੋ ਅਲੋਇਜ਼ ਹੁੰਦੇ ਨੇ ਅਗਰ ਆਪਾਂ ਮੈਟਲਸ ਨੂੰ ਮਿਕਸ ਕਰ ਦਈਏ ਜਾਂ ਮੈਟਲ ਅਤੇ ਨੋਨ ਮੈਟਲ ਨੂੰ ਮਿਕਸ ਕਰ ਦਈਏ, ਅਗਰ ਹੋਮੋਜੀਨੀਅਸ ਮਿਕਸਚਰ ਬਣ ਜਾਂਦਾ ਹੈ ਤਾਂ ਉਹਨੂੰ ਆਪਾਂ ਅਲੋਏ ਬੋਲ ਦਿੰਦੇ ਹਾਂ। ਠੀਕ ਹੈ ਜੀ, ਮੈਟਲਸ ਨੂੰ ਜਾਂ ਤਾਂ ਮਿਕਸ ਕਰਨਾ ਜਾਂ ਮੈਟਲ ਅਤੇ ਨੋਨ ਮੈਟਲ ਨੂੰ ਮਿਕਸ ਕਰਨਾ, ਉਹ ਕੀ ਬਣ ਜਾਂਦਾ ਹੈ? ਅਲੋਏ। ਫੋਰ ਐਗਜ਼ਾਮਪਲ ਸਟੇਨਲੈਸ ਸਟੀਲ ਹੈ ਆਪਣੇ ਕੋਲ। ਸਟੀਲ ਜਿਹੜੀ ਹੈਗੀ ਆ ਉਹ ਨਿਕਲ ਅਤੇ ਕ੍ਰੋਮੀਅਮ ਤੋਂ ਮਿਲ ਕੇ ਬਣਦੀ ਹੈ। ਠੀਕ ਹੈ, ਇਸ ਤਰ੍ਹਾਂ ਅਮਲਗਮ ਹੈ, ਅਮਲਗਮ ਕਿਸੇ ਵੀ ਮੈਟਲ ਦੀ ਅਮਲਗਮ ਹੋ ਸਕਦੀ ਹੈ। ਇਟ ਮੀਨਸ ਉਹ ਮੈਟਲ ਨੂੰ ਆਪਾਂ ਮਰਕਰੀ ਦੇ ਵਿੱਚ ਡਿਜ਼ੋਲਵ ਕਰਕੇ ਸੋਲਿਊਸ਼ਨ ਬਣਾਉਣਾ ਹੈ। ਬਰਾਸ ਹੈ, ਠੀਕ ਹੈ, ਬਰਾਸ ਕਾਪਰ ਅਤੇ ਜ਼ਿੰਕ ਤੋਂ ਬਣਦਾ ਹੈ। ਬਰੌਂਜ਼ ਹੈ, ਉਹ ਕਾਪਰ ਅਤੇ ਟਿਨ ਤੋਂ ਬਣਦਾ। ਇੱਕ ਸੋਲਡਰ ਹੁੰਦਾ ਹੈ, ਅਲੋਏ ਆ ਲੈਡ ਅਤੇ ਟਿਨ ਦਾ। ਠੀਕ ਹੈ ਜੀ, ਇਹ ਐਗਜ਼ਾਮਪਲਸ ਆ ਗਈਆਂ, ਕੋਈ ਵੀ ਇੱਕ ਐਗਜ਼ਾਮਪਲ ਤੁਸੀਂ ਕਰ ਲੈਣੀ ਹੈ। ਦੇਖੋ ਇਹ ਵਾਲੇ ਜਿਹੜੇ ਸਾਰੇ ਕੁਐਸਚਨ ਸੀ ਜਿਹੜੇ ਮੈਂ ਤੁਹਾਨੂੰ ਕਰਵਾਏ ਨੇ, ਹੁਣ ਜਿਹੜੇ ਸਮਝਾਏ ਨੇ, ਇਹ ਸਿਰਫ ਹੈਗੇ ਨੇ ਜਿਹੜੇ ਬੁੱਕ ਦੇ ਵਿੱਚ ਨੇ। ਠੀਕ ਹੈ ਜੀ, ਐਕਸਰਸਾਈਜ਼ ਵਾਲੇ ਨਹੀਂ ਕਰਵਾਏ, ਬੁੱਕ ਦੇ ਵਿੱਚ ਵਾਲੇ ਮੈਂ ਸਾਰੇ ਸਮਝਾਤੇ ਆ। ਐਕਸਰਸਾਈਜ਼ ਵਾਲੇ ਆਪਾਂ ਕੱਲ੍ਹ ਕਰਾਂਗੇ। ਤਾਂ ਸੋ ਇਹਨੇ ਕੁਐਸਚਨ ਕਰ ਲੈਣੇ ਆ, ਲਿਖ ਕੇ ਰੱਖ ਲੈਣੇ ਆ ਫੇਅਰ ਕਾਪੀ ਦੇ ਉੱਪਰ। ਨੈਕਸਟ ਵੀਡੀਓ ਦੇ ਵਿੱਚ ਫਿਰ ਆਪਾਂ ਮਿਲਦੇ ਹਾਂ। ਟੇਕ ਕੇਅਰ, ਬਾਏ ਬਾਏ।